SST ਪਾਠ ਦੂਜਾ ਜਮਾਤ 9ਵੀਂ ਭਾਰਤ ਧਰਾਤਲ ਭੂ ਆਕ੍ਰਿਤੀਆਂ ਚੈਪਟਰ ਕਰਨਾ ਰਾਜੇ ਅੱਜ ਆਪਾਂ। ਇਹਦੇ ਵੈਰੀ ਸ਼ੋਰਟ ਨੇ। ਭਾਰਤ ਨੂੰ ਭੂ ਆਕ੍ਰਿਤਿਕ ਦੇ ਆਧਾਰ 'ਤੇ ਵੰਡ ਕੇ ਦੋ ਭਾਗਾਂ ਦੇ ਨਾਂ ਲਿਖੋ। ਭਾਰਤ ਨੂੰ ਭੂ ਆਕ੍ਰਿਤੀ ਦੇ ਆਧਾਰ 'ਤੇ ਰਾਜੇ ਵੰਡ ਕੇ ਦੋ ਭਾਗਾਂ 'ਚ ਲਿਖਣਾ। ਪਹਿਲਾ ਕਿਹੜਾ ਵਾ? ਹਿਮਾਲਿਆ ਪਰਬਤ ਖੇਤਰ, ਉੱਤਰੀ ਵਿਸ਼ਾਲ ਮੈਦਾਨ ਅਤੇ ਮਾਰੂਥਲ, ਪ੍ਰਾਇਦੀਪੀ ਪਠਾਰ, ਤਟੀ ਮੈਦਾਨ, ਭਾਰਤੀ ਦੀਪ ਸਮੂਹ। ਜੇ ਸੈਕਿੰਡ ਕੁਐਸਚਨ ਆ, ਜੇ ਤੁਸੀਂ ਗੁਰੂ ਸਿਖਰ ਉੱਤੇ ਹੋਵੇ ਤਾਂ ਤੁਸੀਂ ਕਿਹੜੀ ਪਹਾੜੀ ਲੜੀ ਵਿੱਚ ਹੋਵੋਗੇ? ਮਾਊਂਟ ਆਬੂ। ਥਰਡ ਕੁਐਸਚਨ ਰਾਜੇ, ਭਾਰਤੀ ਉੱਤਰੀ ਮੈਦਾਨ ਦੀ ਮੋਟੇ ਤੌਰ 'ਤੇ ਲੰਬਾਈ ਚੌੜਾਈ ਕਿੰਨੀ ਹੈ? ਭਾਰਤੀ ਉੱਤਰੀ ਮੈਦਾਨ ਦੀ ਲੰਬਾਈ ਲਗਭਗ 2400 ਕਿਲੋਮੀਟਰ ਅਤੇ ਚੌੜਾਈ 150 ਤੋਂ 300 ਕਿਲੋਮੀਟਰ ਹੈ। ਨੈਕਸਟ ਹੈ, ਭਾਰਤੀ ਟਾਪੂਆਂ ਨੂੰ ਕਿਹੜੇ ਕਿਹੜੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ? ਭਾਰਤੀ ਟਾਪੂਆਂ ਨੂੰ ਰਾਜੇ ਦੋ ਭਾਗਾਂ ਵਿੱਚ ਵੰਡਿਆ ਜਾਂਦਾ। ਫਸਟ ਹੈ ਅੰਡੇਮਾਨ ਨਿਕੋਬਾਰ ਦੀਪ ਸਮੂਹ ਅਤੇ ਦੂਜਾ ਹੈ ਲਕਸ਼ਦੀਪ ਸਮੂਹ। ਇਹਦੇ ਵਸਤੂਨਿਸ਼ਟ ਨੇ। ਹੇਠਾਂ ਲਿਖਿਆਂ ਵਿੱਚੋਂ ਕਿਹੜਾ ਮੈਦਾਨੀ ਭਾਗ ਨਹੀਂ ਹੈ? ਭਾਬਰ, ਕਿਆਲ, ਬਾਂਗਰ, ਕੱਲਰ, ਕਿਆਲ। ਇਹਨਾਂ ਵਿੱਚੋਂ ਕਿਹੜੀ ਝੀਲ ਨਹੀਂ ਹੈ? ਸੈਡਲ, ਸਾਂਬਰ, ਚਿਲਕਾ, ਵੈਬਾਨੰਦ, ਸੈਡਲ। ਇਹਨਾਂ ਵਿੱਚੋਂ ਕਿਹੜਾ ਨਾਂ ਬਾਕੀਆਂ ਨਾਲੋਂ ਵੱਖਰੀ ਪਛਾਣ ਵਾਲਾ ਹੈ? ਸ਼ਾਰਦਾ, ਕਾਵੇਰੀ, ਗੋਮਤੀ ਤੇ ਯਮੁਨਾ। ਕਿਹੜੀ ਪਰਬਤ ਸ਼੍ਰੇਣੀ ਹਿਮਾਲਿਆ ਨਹੀਂ ਹੈ? ਰਕਸ਼ਪੋਸ਼ੀ, ਡਫਲਾ, ਜਾਸਕਰ, ਨੀਲਗਿਰੀ, ਨੀਲਗਿਰੀ। ਰਾਜੇ ਨੈਕਸਟ ਨੇ ਇਹਦੇ ਸੰਖੇਪ ਉੱਤਰ ਵਾਲੇ ਪ੍ਰਸ਼ਨ। ਹਿਮਾਲਿਆ ਪਰਬਤ ਦੀ ਸਿਰਜਣਾ ਤੇ ਨੋਟ ਲਿਖੋ। ਹਿਮਾਲਿਆ ਪਰਬਤ ਦੀ ਸਿਰਜਣਾ ਮਤਲਬ ਕਿ ਉਤਪਤੀ ਕਿਵੇਂ ਹੋਂਦ ਵਿੱਚ ਆਇਆ, ਕਿਵੇਂ ਬਣਿਆ, ਉਹਦੇ ਬਾਰੇ ਦੱਸਣਾ ਆਪਾਂ। ਸਿਰਜਣਾ ਉਤਪਤੀ। ਜਿੱਥੇ ਅੱਜ ਹਿਮਾਲਿਆ ਹੈ ਉੱਥੇ ਕਦੀ ਟੈਥੀਜ਼ ਨਾਂ ਦਾ ਇੱਕ ਗਹਿਰਾ ਸਾਗਰ ਲਹਿਰਾਉਂਦਾ ਸੀ। ਇਹ ਦੋ ਵਿਸ਼ਾਲ ਭੂਖੰਡਾਂ ਨਾਲ ਘਿਰਿਆ ਇਹ ਇੱਕ ਲੰਬਾ ਅਤੇ ਚੌੜਾ ਸਾਗਰ ਸੀ। ਠੀਕ ਆ। ਟੈਥੀਜ਼ ਨਾਂ ਦਾ ਰਾਜੇ ਇੱਕ ਸਾਗਰ ਸੀਗਾ ਜਿਹੜਾ ਕਿ ਭੂਖੰਡਾਂ ਨਾਲ ਘਿਰਿਆ ਹੋਇਆ ਬਹੁਤ ਲੰਬਾ ਅਤੇ ਬਹੁਤ ਚੌੜਾ ਸਾਗਰ ਸੀਗਾ। ਇਸ ਦੇ ਉੱਤਰ ਵਿੱਚ ਅੰਗਾਰਾ ਲੈਂਡ ਅਤੇ ਦੱਖਣ ਵਿੱਚ ਗੋਂਡਵਾਨਾ ਲੈਂਡ ਨਾਂ ਦੇ ਦੋ ਭੂਖੰਡ ਸਨ। ਲੱਖਾਂ ਸਾਲਾਂ ਤੱਕ ਇਹਨਾਂ ਭੂਖੰਡਾਂ ਦਾ ਛਿੱਜਣ ਹੁੰਦਾ ਰਿਹਾ। ਛਿੱਜਣ ਪਦਾਰਥ ਭਾਵ ਕੰਕਰ ਪੱਥਰ ਮਿੱਟੀ, ਜਿਹੜਾ ਟੈਥੀਜ਼ ਸਾਗਰ ਦੇ ਜਿਹੜੇ ਕੰਕਰ ਪੱਥਰ ਮਿੱਟੀ ਸੀਗੇ ਉਹ ਕੀ ਸੀਗੇ? ਸਾਗਰ ਵਿੱਚ ਜਮ੍ਹਾਂ ਹੁੰਦੇ ਰਹੇ। ਉੱਪਰੋਂ ਹਿਮਾਲਿਆ ਤੋਂ ਟੁੱਟ ਕੇ ਨੀਚੇ ਸਾਗਰ ਵਿੱਚ ਜਮ੍ਹਾਂ ਹੁੰਦੇ ਰਹੇ। ਉਹਨੂੰ ਕਹਿੰਦੇ ਨੇ ਛਿੱਜਣ ਪਦਾਰਥ। ਇਹ ਦੋ ਵਿਸ਼ਾਲ ਭੂਖੰਡ ਹੌਲੀ ਹੌਲੀ ਇੱਕ ਦੂਸਰੇ ਵੱਲ ਖਿਸਕਣ ਲੱਗੇ। ਸਾਗਰ ਵਿੱਚ ਜੰਮੀ ਮਿੱਟੀ ਆਦਿ ਦੀਆਂ ਪਰਤਾਂ ਵਿੱਚ ਮੋੜ ਪੈਣ ਲੱਗੇ। ਇਹ ਮੋੜ ਦੀਪਾਂ ਦੀ ਕਮਾਲਾਂ ਦੇ ਰੂਪ ਵਿੱਚ ਉੱਭਰ ਕੇ ਪਾਣੀ ਦੀ ਸਤ੍ਹਾ ਤੋਂ ਉੱਪਰ ਆ ਗਏ। ਸਮਾਂ ਬੀਤਣ ਨਾਲ ਵਿਸ਼ਾਲ ਵਲਿਤ ਪਰਬਤ ਸ਼੍ਰੇਣੀਆਂ ਦੀ ਰਚਨਾ ਹੋਈ ਜਿਨ੍ਹਾਂ ਨੂੰ ਅੱਜ ਅਸੀਂ ਹਿਮਾਲਿਆ ਦੇ ਨਾਂ ਨਾਲ ਬੁਲਾਉਂਦੇ ਹਾਂ। ਨੈਕਸਟ ਕੁਐਸਚਨ ਰਾਜੇ, ਮੱਧ ਹਿਮਾਲਿਆ ਬਾਰੇ ਇੱਕ ਨੋਟ ਲਿਖੋ। ਛੋਟਾ ਹਿਮਾਲਿਆ ਨੂੰ ਹਿਮਾਚਲ ਜਾਂ ਮੱਧ ਹਿਮਾਲਾ ਵੀ ਕਹਿੰਦੇ ਨੇ। ਛੋਟਾ ਹਿਮਾਲਾ ਜਿਹੜਾ ਛੋਟਾ ਹਿਮਾਚਲ ਦਾ ਇੱਕ ਛੋਟਾ ਜਿਹਾ ਹਿੱਸਾ ਵਾ ਉਹਨੂੰ ਮੱਧ ਹਿਮਾਲਾ ਜਾਂ ਕਹਿੰਦੇ ਨੇ। ਇਸ ਦੀ ਔਸਤ ਉਚਾਈ 3500 ਮੀਟਰ ਤੋਂ ਲੈ ਕੇ 5000 ਮੀਟਰ ਤੱਕ ਹੈ। ਇਸ ਸ਼੍ਰੇਣੀ ਦੀਆਂ ਪਹਾੜੀਆਂ 60 ਤੋਂ 80 ਕਿਲੋਮੀਟਰ ਦੀ ਚੌੜਾਈ ਵਿੱਚ ਮਿਲਦੀਆਂ ਹਨ। ਆਹ ਰਾਜੇ ਸ਼੍ਰੇਣੀਆਂ, ਘਾਟੀਆਂ ਅਤੇ ਸਿਹਤਵਰਧਕ ਸਥਾਨ ਤੁਹਾਨੂੰ ਜਿਹੜੇ ਚੰਗੀ ਤਰੀਕੇ ਨਾਲ ਯਾਦ ਕਰਨੇ ਪੈਣਗੇ। ਸ਼੍ਰੇਣੀਆਂ ਹੈਗੀਆਂ ਨੇ ਜੰਮੂ ਕਸ਼ਮੀਰ ਵਿੱਚ ਪੀਰ ਪੰਜਾਲ ਅਤੇ ਨਾਗਾ ਟਿੱਬਾ, ਹਿਮਾਚਲ ਵਿੱਚ ਧੌਲਾਧਾਰ ਅਤੇ ਕੁਮਾਊਂ, ਨੇਪਾਲ ਵਿੱਚ ਮਹਾਭਾਰਤ, ਉੱਤਰਾਖੰਡ ਅਤੇ ਕੁਮਾਊਂ ਅਤੇ ਮਨਸੂਰੀ ਅਤੇ ਭੂਟਾਨ ਵਿੱਚ ਥਿੰਪੂ ਇਸ ਮੁੱਖ ਪਰਬਤੀ ਭਾਗ ਦੀਆਂ ਪਰਬਤ ਸ਼੍ਰੇਣੀਆਂ ਹਨ। ਘਾਟੀਆਂ। ਇਸ ਖੇਤਰ ਵਿੱਚ ਕਸ਼ਮੀਰ ਦੀ ਆਬਾਦੀ ਦੇ ਕੁਝ ਹਿੱਸੇ ਕਾਂਗੜਾ ਘਾਟੀ, ਕੁੱਲੂ ਘਾਟੀ, ਭਾਗੀਰਥੀ ਘਾਟੀ ਅਤੇ ਮੰਦਾਕਨੀ ਘਾਟੀ ਜਿਹੀਆਂ ਲੰਬਕਾਰੀ ਅਤੇ ਸਿਹਤਵਰਧਕ ਘਾਟੀਆਂ ਮਿਲਦੀਆਂ ਹਨ। ਨੈਕਸਟ ਪੁਆਇੰਟ ਹੈ ਰਾਜੇ ਸਿਹਤਵਰਧਕ ਸਥਾਨ। ਇਸ ਖੇਤਰ ਵਿੱਚ ਸ਼ਿਮਲਾ, ਸ਼੍ਰੀਨਗਰ, ਮਨਸੂਰੀ, ਨੈਨੀਤਾਲ, ਦਾਰਜਲਿੰਗ ਅਤੇ ਚਕਰਾਤਾ ਆਦਿ ਚੰਗੇ ਸਿਹਤਵਰਧਕ ਅਤੇ ਸੈਰ ਸਪਾਟਾ ਕੇਂਦਰ ਹਨ। ਨੈਕਸਟ ਕੁਐਸਚਨ ਆ ਰਾਜੇ, ਪੂਰਬੀ ਅਤੇ ਪੱਛਮੀ ਘਾਟਾਂ ਵਿੱਚ ਕੀ ਅੰਤਰ ਆ? ਪੂਰਬੀ ਮਤਲਬ ਕਿ ਈਸਟ ਔਰ ਵੈਸਟ ਜਿਹੜੀ ਪਹਾੜੀਆਂ ਨੇ ਉਹਨਾਂ 'ਚ ਕੀ ਅੰਤਰ ਆ ਉਹ ਦੱਸਣਾ। ਪੱਛਮੀ ਘਾਟ ਉੱਤਰ ਤੋਂ ਦੱਖਣ ਤੱਕ ਅਰਬ ਸਾਗਰ ਦੇ ਸਮਾਨਾਂਤਰ ਫੈਲੇ ਹੋਏ ਹਨ। ਇਸ ਦੇ ਉਲਟ ਪੂਰਬੀ ਘਾਟ ਦਾ ਵਿਸਤਾਰ ਖਾੜੀ ਬੰਗਾਲ ਦੇ ਨਾਲ ਨਾਲ ਹੈ। ਪੱਛਮੀ ਘਾਟ ਦੇ ਪਰਬਤ ਇੱਕ ਲੰਬੀ ਲੜੀ ਬਣਾਉਂਦੇ ਹਨ। ਲੰਬੀ ਲੜੀ ਮਤਲਬ ਜਿਹੜੇ ਪੱਛਮੀ ਘਾਟ ਜਿਹੜੇ ਪਰਬਤ ਉਹ ਲਗਾਤਾਰ ਬਣੇ ਹੋਏ ਨੇ, ਪਰੰਤੂ ਜਿਹੜੇ ਪੂਰਬੀ ਘਾਟ ਦੀਆਂ ਨਦੀਆਂ ਦੁਆਰਾ ਕੱਟ ਜਾਣ ਦੇ ਕਾਰਨ ਅਲੱਗ-ਅਲੱਗ ਪਹਾੜਾਂ ਦੇ ਰੂਪ ਵਿੱਚ ਦਿਖਾਈ ਦਿੰਦੇ ਆ। ਜਿਹੜੇ ਪੂਰਬੀ ਘਾਟ ਦੇ ਜਿਹੜੇ ਪਰਬਤ ਨੇ ਇਹ ਵਿੱਚੋਂ ਕੱਟੇ ਜਾਣ ਕਰਕੇ ਨਦੀਆਂ ਬਣਨ ਦੇ ਨਾਲ ਇਹ ਜਿਹੜੇ ਪਹਾੜ ਨੇ ਉਹ ਅਲੱਗ-ਅਲੱਗ ਤਰ੍ਹਾਂ ਦੇ ਦਿਖਾਈ ਦਿੰਦੇ ਨੇ ਰੈਦਰ ਦੈਨ ਪੱਛਮੀ ਘਾਟ ਦੇ ਪਰਬਤਾਂ ਨਾਲੋਂ। ਪੱਛਮੀ ਘਾਟ ਦੇ ਪਰਬਤ ਪੂਰਬੀ ਘਾਟ ਦੀ ਬਜਾਏ ਜ਼ਿਆਦਾ ਉੱਚੇ ਅਤੇ ਸਪਸ਼ਟ ਹਨ। ਫੋਰਥ ਪੁਆਇੰਟ, ਪੂਰਬੀ ਘਾਟ ਦੀ ਸਭ ਤੋਂ ਉੱਚੀ ਚੋਟੀ ਮਹੇਂਦਰਗਿਰੀ ਹੈ ਅਤੇ ਇਸ ਦੇ ਉਲਟ ਪੱਛਮੀ ਘਾਟ ਦੀ ਸਭ ਤੋਂ ਉੱਚੀ ਚੋਟੀ ਅਨਾਈਮੁਦੀ ਹੈ।
ਪੱਛਮੀ ਘਾਟ ਵਿੱਚ ਥਾਲ ਘਾਟ, ਬੋਰ ਘਾਟ, ਪਾਲ ਘਾਟ, ਸ਼ੇਨਕੋਟਾ ਆਦਿ ਦਰੇ ਹਨ, ਪਰੰਤੂ ਪੂਰਬੀ ਘਾਟ ਵਿੱਚ ਕੋਈ ਵੀ ਮਹੱਤਵਪੂਰਨ ਦਰਾ ਨਹੀਂ ਹੈ।